ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਹੁਣ ਚਾਰੋਂ ਪਾਸਿਓਂ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੂੰ ਘੇਰਾ ਪੈਣਾ ਸ਼ੁਰੂ ਹੋ ਚੁੱਕਿਆ। ਜਿੱਥੇ ਦਿੱਲੀ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਘੇਰ ਰਹੀ ਹੈ, ਤਾਂ ਉੱਥੇ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਵਾਲੇ ਘੇਰ ਰਹੇ ਨੇ। ਕਿਉਂ ਘੇਰ ਰਹੇ ਨੇ? ਕਿਹੜੇ ਵੱਡੇ ਘਪਲੇ ਦੀ ਗੱਲ ਕਰ ਰਹੇ ਨੇ? ਕਿ ਵਾਕਈ ਘਪਲਾ ਹੋਇਆ ਜਾਂ ਨਹੀਂ ਹੋਇਆ? ਕਿ ਜਾਣਬੁੱਝ ਕੇ ਘੇਰਿਆ ਜਾ ਰਿਹਾ ਜਾਂ ਵਾਕਈ ਹੀ ਇਸੇ ਤਰੀਕੇ ਦੇ ਨਾਲ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਨ ਦੀ ਜਿਹੜੀ ਆ ਉਹ ਕੋਸ਼ਿਸ਼ ਹੋਣੀ ਚਾਹੀਦੀ ਸੀ ਜਾਂ ਜ਼ਰੂਰਤ ਸੀ? ਇਸ ਤੇ ਜਿਹੜੀ ਆ ਉਹ ਗੱਲਬਾਤ ਅਸੀਂ ਕਰਾਂਗੇ। ਆਖਰ ਘਪਲਾ ਕੀ ਹੈ, ਗੱਲਬਾਤ ਕੀ ਹੈ, ਉਹ ਵੀ ਤੁਹਾਨੂੰ ਜਿਹੜਾ ਉਹ ਦੱਸਾਂਗੇ। ਤੇ ਨਾਲ ਹੀ ਨਾਲ ਕਿ ਵਾਕਈ ਹੀ ਆਮ ਆਦਮੀ ਪਾਰਟੀ ਦੇ ਲਈ ਕੁਝ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਖੜੀਆਂ ਹੋ ਸਕਦੀਆਂ ਨੇ, ਭਗਵੰਤ ਮਾਨ ਦੇ ਲਈ ਜਾਂ ਫਿਰ ਆਪਾਂ ਕਹਿ ਦਈਏ ਕੇਜਰੀਵਾਲ ਦੇ ਲਈ, ਕਿ ਹੁਣ ਪੰਜਾਬ ਦੇ ਵਿੱਚ ਵੀ ਕੁਝ ਮੰਤਰੀਆਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖ ਸਾਹਿਬ, ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਉਹ ਬੜੇ ਬੁਰੇ ਤਰੀਕੇ ਦੇ ਨਾਲ ਕਰ ਰਹੀ ਹੈ। ਆਪਾਂ ਪਿਛਲੇ ਦਿਨਾਂ 'ਚ ਵੀ ਚਰਚਾਵਾਂ ਕੀਤੀਆਂ ਨੇ ਕਿ ਸ਼ਰਾਬ ਪਾਲਿਸੀ ਜਿਹੜੀ ਦਿੱਲੀ ਦੀ ਹੈ ਉਹਦੇ ਵਿੱਚ ਖਾਮੀਆਂ ਪਾਈਆਂ ਗਈਆਂ। CID ਮਾਫ ਕਰਨਾ, ਜਿਹੜੀ CBI ਉਹ ਰੇਡ ਕਰਦੀ ਹੈ ਮਨੀਸ਼ ਸਿਸੋਦੀਆ ਦੇ ਉੱਪਰ। ਫਿਰ ਉਹ ਪਾਲਿਸੀ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਵਾਪਸ ਲੈਣੀ ਪੈ ਜਾਂਦੀ ਹੈ। ਉਹੀ ਪਾਲਿਸੀ ਉਹੀ ਬੰਦਿਆਂ ਨੇ ਬਣਾਈ, ਪੰਜਾਬ ਦੇ ਵਿੱਚ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਜਾਂਦੀ ਹੈ ਜਾਂ ਬਣਾ ਲਈ ਜਾਂਦੀ ਹੈ। ਤਾਂ ਵਿਰੋਧੀ ਸਵਾਲ ਇਹ ਚੁੱਕਦੇ ਨੇ ਕਿ ਜੇ ਇੱਕ ਸੂਬੇ ਦੇ ਵਿੱਚ ਇੱਕ ਪਾਲਿਸੀ ਗਲਤ ਹੋ ਸਕਦੀ ਹੈ, ਤਾਂ ਫਿਰ ਦੂਜੇ ਸੂਬੇ ਦੇ ਵਿੱਚ ਬਣਾਈ ਗਈ ਪਾਲਿਸੀ, ਉਹੀ ਇੱਕੋ ਹੀ ਪਾਲਿਸੀ ਜਿਹੜੀ ਹੈ ਉਹ ਸਹੀ ਕਿਵੇਂ ਹੋ ਸਕਦੀ ਹੈ? ਕਹਿੰਦੇ ਜੇ ਦਿੱਲੀ ਦੇ ਵਿੱਚ ਘਪਲਾ ਹੋ ਸਕਦਾ ਹੈ ਤਾਂ ਘਪਲਾ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ। ਤਾਂ ਹੁਣ ਉਹਨਾਂ ਨੇ ਹੋ ਸਕਦਾ ਦੀ ਗੱਲ ਨਹੀਂ ਕਹੀ, ਉਹ ਕਹਿੰਦੇ ਕਿ ਹੋ ਹੀ ਚੁੱਕਿਆ। ਤਾਂ ਹੁਣ ਪਹਿਲਾਂ ਅਕਾਲੀ ਦਲ ਰਾਜਪਾਲ ਕੋਲੇ ਗਿਆ ਇਹਨਾਂ ਨੂੰ ਘੇਰਨ ਦੇ ਲਈ, ਤਾਂ ਹੁਣ ਕਾਂਗਰਸ ਨੇ ਵੀ ਤਿਆਰੀ ਕਰ ਲਈ ਹੈ। ਕਿਵੇਂ ਦੇਖਦੇ ਹੋ ਇਸ ਪੂਰੀ ਖਬਰ ਨੂੰ? ਸੁਖਵਿੰਦਰ ਜੀ, ਇਹ ਇਸ ਵੇਲੇ ਰਵਾਇਤੀ ਪਾਰਟੀਆਂ ਦੀ ਇਹ ਤਰਾਸਦੀ ਕਹੀ ਜਾ ਸਕਦੀ ਹੈ, ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਹੋਵੇ, ਕਿ ਇਹਨਾਂ ਕੋਲ ਪੰਜਾਬ ਦੇ ਅਸਲ ਮੁੱਦੇ ਜਿਹੜੇ ਹਨ, ਚਾਹੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਚਾਹੇ ਅਧਿਆਪਕਾਂ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਦਾ ਮੁੱਦਾ ਹੋਵੇ, ਬੜੇ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਸਕਦਾ। ਪਰ ਸ਼ਾਇਦ ਇਹ ਪਾਰਟੀਆਂ ਜਿਹੜੀਆਂ ਦੋ ਨੇ, ਕਾਂਗਰਸ ਔਰ ਅਕਾਲੀ ਦਲ, ਤੇ ਇਹਨਾਂ ਕੋਲ ਤਰਾਸਦੀ ਇਹ ਹੈ ਕਿ ਇਹਨਾਂ ਕੋਲ ਮੁੱਦਿਆਂ ਦੀ ਕਮੀ ਆ ਜਾਂ ਇਹਨਾਂ ਦਾ ਧਿਆਨ ਹੀ ਉਸ ਪਾਸੇ ਨਹੀਂ। ਮੁੱਦਿਆਂ ਦੀ ਕਮੀ ਨਹੀਂ ਸਾਹਿਬ, ਮੈਂ ਤੁਹਾਨੂੰ ਟੋਕ ਰਿਹਾ ਸ਼ੁਰੂਆਤ ਦੇ ਵਿੱਚ, ਮੁੱਦਿਆਂ ਦੀ ਕਮੀ ਨਹੀਂ ਹੈ। ਬੇਰੁਜ਼ਗਾਰੀ ਤੇ ਉਹ ਤਾਂ ਨਹੀਂ ਚੱਕ ਰਹੇ ਜਿਹੜੇ ਤੁਸੀਂ ਮੁੱਦੇ ਗਿਣਾ ਰਹੇ ਹੋ, ਉਹ ਮੁੱਦੇ ਤਾਂ ਨਹੀਂ ਚੱਕ ਰਹੇ ਕਿਉਂਕਿ ਅੱਗੋਂ ਫਿਰ ਜਿਹੜੇ ਜਵਾਬ ਆਉਣੇ ਆ ਕਿ ਭਾਈ ਤੁਸੀਂ ਇਹ ਦੱਸ ਦਿਓ ਵੀ ਕਿ ਬੇਰੁਜ਼ਗਾਰੀ ਜਾਂ ਨਸ਼ਾ ਜਾਂ ਜਿਹੜੇ ਲਟਕਦੇ ਆ ਰਹੇ ਮੁੱਦੇ ਆ, ਕੀ ਇਹ ਪਹਿਲੇ ਇਹ ਸਿਰਫ 5 ਮਹੀਨਿਆਂ ਦੇ ਵਿੱਚ ਹੀ ਉੱਠੇ ਆ? ਕਿ ਬੇਰੁਜ਼ਗਾਰੀ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਹੀ ਜਿਹੜੀ ਉੱਠੀ ਹੈ? ਕਿ ਡਰੱਗਸ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਮੌਕੇ ਵਿਕਣ ਦਾ ਕੀ ਹੈ? ਜਾਂ ਹੋਰ ਬਰਗਾੜੀ ਵਰਗੇ ਜਾਂ ਬੇਅਦਬੀਆਂ ਵਰਗੇ ਹੋਰ ਜਿਹੜੇ ਮਸਲੇ ਆ ਕਿ ਉਹ ਆਮ ਆਦਮੀ ਪਾਰਟੀ ਦੇ ਮੌਕੇ ਉੱਠੇ ਆ? ਤੁਹਾਡੀਆਂ ਸਰਕਾਰਾਂ ਵਿੱਚ ਵੀ ਸੀ। ਜੇ ਤੁਹਾਡੀਆਂ ਸਰਕਾਰਾਂ ਨੇ ਉਹ ਕੰਮ ਕੀਤੇ ਹੁੰਦੇ ਤਾਂ ਫਿਰ ਇਹਨਾਂ ਦੀ ਤਾਂ ਸਰਕਾਰ ਹੀ ਨਹੀਂ ਆਉਣੀ ਸੀ। ਔਰ ਜੇ ਤੁਹਾਡੀਆਂ ਸਰਕਾਰਾਂ ਨੇ ਕੰਮ ਕੀਤੇ ਹੁੰਦੇ ਤਾਂ ਫਿਰ ਬੇਰੁਜ਼ਗਾਰੀ ਇਹ ਮੁੱਦੇ ਹੀ ਨਹੀਂ ਹੋਣੇ ਸੀਗੇ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਚੁੱਕ ਨਹੀਂ ਸਕਦੇ ਯਾਰ ਕਿਤਾਬ। ਬਿਲਕੁਲ, ਮੈਂ ਇਹੋ ਹੀ ਤੁਹਾਨੂੰ ਲੱਗਾ ਸਾ ਗੱਲ ਕਹਿਣ। ਤੁਸੀਂ ਸੋ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਐਲੈਬੋਰੇਟ ਕਰਕੇ ਦਰਸ਼ਕਾਂ ਦੇ ਸਾਹਮਣੇ ਰੱਖ ਦਿੱਤਾ। ਸ਼ਾਇਦ ਇਹੋ ਹੀ ਕਾਰਨ ਆ ਕਿ ਇਹ ਹੁਣ ਇਸ ਵੇਲੇ ਇਹ ਜਿਹੜੀਆਂ ਦੋ ਰਵਾਇਤੀ ਪਾਰਟੀਆਂ ਨੇ, ਇਹ ਇੱਕ ਹਾਰੀ ਹੋਈ ਜੰਗ ਜਿਹੜੀ ਲੜਦੀਆਂ ਪਈਆਂ ਨੇ। ਹਾਰੀ ਹੋਈ ਜੰਗ ਤੋਂ ਕਹਿਣ ਦਾ ਭਾਵ ਕਿ ਜਿਹੜੀ ਪੰਜਾਬ ਦੀ ਐਕਸਾਈਜ਼ ਨੀਤੀ, ਜਿਹਦੇ ਸੰਬੰਧੀ ਕੱਲ ਅਕਾਲੀ ਦਲ ਦਾ ਵਫਦ ਮਾਨਯੋਗ ਗਵਰਨਰ ਸਾਹਿਬ BR ਬਨਵਾਰੀ ਦਾ ਪ੍ਰੋਹਤ ਨੂੰ ਮਿਲ ਕੇ ਆਉਂਦਾ ਤੇ ਕਹਿੰਦਾ ਜੀ ਇਹਦੀ CBI ਦੀ ਜਾਂਚ ਕੀਤੀ ਜਾਵੇ। ਤੇ ਦੂਜੇ ਪਾਸੇ ਹੁਣ ਕਾਂਗਰਸ ਵੇਖੋ, ਕਾਂਗਰਸ ਦੀ ਤਰਾਸਦੀ ਵੇਖੋ ਕਿ ਜਿੱਥੇ ਕਾਂਗਰਸ ਤੇ ਅਕਾਲੀ ਦਲ ਹਮੇਸ਼ਾ ਇੱਕ ਦੂਜੇ ਦੇ ਵਿਰੋਧੀ ਰਹੇ ਨੇ, ਹੁਣ ਉਹੀ ਕਾਂਗਰਸ ਉਸੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਹੀ ਹੈ। ਪਹਿਲਾਂ ਤਾਂ ਇਹਨਾਂ ਪਾਰਟੀਆਂ ਦੀ ਸਥਿਤੀ ਦੀ ਗੱਲ ਕਰ ਦਈਏ ਕਿ ਇਹਨਾਂ ਪਾਰਟੀਆਂ ਦੀ ਸਥਿਤੀ ਹੈ ਕੀ, ਕਿਹੋ ਜਿਹੀ ਸਥਿਤੀ ਹੈ ਤੇ ਕਿਹੋ ਜਿਹੀ ਇਹ ਰਾਜਨੀਤੀ ਕਰ ਰਹੇ ਆ। ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਮੁੱਦਿਆਂ ਦੀ ਕਮੀ ਨਹੀਂ, ਪਰ ਜੇ ਮੁੱਦੇ ਠਾਉਂਦੇ ਨੇ ਤਾਂ ਆਪ ਹੀ ਲੋਕਾਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ। ਤੇ
ਤੇ ਫਿਰ ਸੁਖਵਿੰਦਰ ਜੀ ਜਿਹੜਾ ਮੁੱਦਾ ਇਹ ਆਬਕਾਰੀ ਨੀਤੀ ਦਾ ਉਠਾ ਰਹੇ ਆ, ਇਹਦੇ ਨਾਲ ਇੱਕ ਬੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਦਾ, ਨੰਬਰ 1, ਨੰਬਰ 2 ਜਿਹੜਾ ਬੇਰੁਜ਼ਗਾਰ ਅਧਿਆਪਕ ਕੰਮ ਕਰਦਾ, ਉਹ ਕੱਚਾ ਮੁਲਾਜ਼ਮ ਜਿਹਨੂੰ ਪੱਕਿਆਂ ਅਕਾਲੀ ਦਲ ਨੇ ਵੀ ਕੀਤਾ ਤੇ ਕਾਂਗਰਸ ਨੇ ਵੀ ਕੀਤਾ, ਉਸ ਮੁਲਾਜ਼ਮ ਨੂੰ ਇਹਨਾਂ ਦੀ ਇਸ ਐਕਸਾਈਜ਼ ਨੀਤੀ ਉਠਾਉਣ ਦਾ ਕੀ ਫਾਇਦਾ ਤੇ ਕੀ ਲਾਭ ਕੁਝ ਹੈ? ਤਾਂ ਇਸੇ ਹੀ ਕਾਰਨ ਮੈਂ ਇਹ ਗੱਲ ਕਹੀ ਆ ਕਿ ਸ਼ਾਇਦ ਹੁਣ ਇਹ ਉਹ ਹਾਰੀ ਹੋਈ ਲੜਾਈ ਲੜਦੇ ਪਏ ਆ ਕਿ ਜਿੱਥੇ ਇਹਨਾਂ ਨੇ ਇਹ ਅਸਲ 'ਚ ਮੁੱਦਾ ਠਾ ਨਹੀਂ ਰਹੇ, ਇਹ ਆਪਣੀ ਉਸ ਸਵੈ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਤੇ ਸੁਰਖੀਆਂ 'ਚ ਰਹਿਣ ਕਰਕੇ ਇਹੋ ਜਿਹੇ ਮੁੱਦੇ ਜਿਹੜੇ ਬੇਵਿਵਾਦ ਜਿਹੜੇ ਅਸੀਂ ਕਹਿ ਸਕਦੇ ਆ ਕਿ ਜਿਨ੍ਹਾਂ ਦਾ ਆਮ ਪੰਜਾਬ ਦੀ ਆਮ ਜਨਤਾ ਦਾ ਨਾਲ ਕੋਈ ਸੰਬੰਧ ਨਹੀਂ, ਉਹ ਮੁੱਦੇ ਠਾ ਕੇ ਰੌਲਾ ਪਾ ਰਹੇ ਆ ਤਾਂ ਜੋ ਇਹਨਾਂ ਦੀ ਇੱਕ ਹੋਂਦ ਜਿਹੜੀ ਆ ਲੋਕਾਂ ਦੇ ਵਿੱਚ ਨਿਊ ਸੈਂਸ ਵੈਲਿਊ ਜਿਹੜੀ ਆ ਉਹ ਬਣੀ ਰਵੇ। ਨੰਬਰ 1, ਹੁਣ ਅਸੀਂ ਦੂਜਾ ਪੁਆਇੰਟ ਦੀ ਗੱਲ ਕਰਦੇ ਆ ਕਿ ਘਪਲਾ ਹੋਇਆ ਨਹੀਂ ਹੋਇਆ, ਆਪਾਂ ਇਸ ਮੁੱਦੇ ਤੇ ਗੱਲ ਕਰਦੇ ਹਾਂ। ਸੁਖਵਿੰਦਰ ਜੀ, ਦਿੱਲੀ 'ਚ ਪਾਲਿਸੀ ਬਣਦੀ ਆ ਐਕਸਾਈਜ਼ ਨੀਤੀ, ਦਿੱਲੀ ਦੇ ਵਿੱਚ CBI ਉਸ ਮੁੱਦੇ ਤੇ ਘੇਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਅਜੇ ਤੱਕ ਮਨੀਸ਼ ਸਿਸੋਦੀਆ ਦੇ ਘਰ ਕਿੰਨੀ ਵਾਰੀ ਰੇਡ ਹੋ ਚੁੱਕੇ ਆ, ਬਹੁਤ ਕੁਝ ਹੋਇਆ। ਅਜੇ ਤੱਕ ਮਨੀਸ਼ ਸਿਸੋਦੀਆ ਦਾ ਕੁਝ ਵੀ ਘਰੋਂ ਜੇਕਰ ਅਸੀਂ ਕਹੀਏ ਕਿ ਬਰਾਮਦਗੀ ਜਿਹੜੀ ਆ ਕੁਝ ਨਹੀਂ ਹੋਈ, ਬਾਕੀ ਬਥੇਰਾ ਕੁਝ ਜਿਸ ਤਰੀਕੇ ਨਾਲ CBI ਦੀ ਵਰਤੋਂ ਜਾਂ ED ਦੀ ਵਰਤੋਂ ਹੁੰਦੀ ਆ ਉਹ ਕੀਤੀ ਗਈ। ਦਿੱਲੀ ਦੀ ਸਰਕਾਰ ਨੇ ਐਕਸਾਈਜ਼ ਪਾਲਿਸੀ ਵਾਪਸ ਲੈ ਲਈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਇਤਰਾਜ਼ ਹੈ ਕਿ ਜਿਹੜੀ ਦਿੱਲੀ ਦੀ ਪਾਲਿਸੀ ਹੈ ਸੇਮ ਦੀ ਸੇਮ ਪੰਜਾਬ ਤੇ ਲਾਗੂ ਕਰ ਦਿੱਤੀ ਗਈ, ਉਹੀ ਅਫਸਰ ਨੇ, ਉਹੀ ਅਧਿਕਾਰੀ ਨੇ, ਉਹੀ ਕੁਝ ਨੇ। ਠੀਕ ਆ, ਬਿਲਕੁਲ, ਜੇਕਰ ਉਹੀ ਕੁਝ ਹੋਇਆ, ਜੇਕਰ ਦਿੱਲੀ ਦੇ ਵਿੱਚ, ਬੜਾ ਸੋਹਣਾ ਤੁਸੀਂ ਪ੍ਰਸ਼ਨ ਕੀਤਾ ਕਿ ਜੇ ਦਿੱਲੀ ਦੇ ਵਿੱਚ ਉਹ ਪਾਲਿਸੀ ਵਾਪਸ ਲਈ ਜਾ ਸਕਦੀ ਤੇ ਪੰਜਾਬ 'ਚ ਕਿਉਂ ਨਹੀਂ ਲਈ ਜਾ ਸਕਦੀ? ਸੁਖਵਿੰਦਰ ਜੀ, ਪਹਿਲੀ ਤਾਂ ਗੱਲ ਇਹ ਆ ਕਿ ਦਿੱਲੀ ਦੀ ਤੇ ਪੰਜਾਬ ਦੀ ਸਥਿਤੀ ਜਿਹੜੀ ਨਾ ਰਾਜਨੀਤਿਕ ਪੱਖ ਤੋਂ ਬਹੁਤ ਜ਼ਿਆਦਾ ਫਰਕ ਹੈਗੀ ਹੈ। ਜੇਕਰ ਦਿੱਲੀ ਇੱਕ ਪੂਰਨ ਰਾਜ ਹੁੰਦਾ ਹੈ, ਉਹ ਯੂਨਿਟੀ ਟੈਰੀਟਰੀ ਹੈ, ਉੱਥੇ ਸ਼ਾਇਦ ਉਹ ਪਾਲਿਸੀ ਜਿਹੜੀ ਆ ਉੱਥੇ ਉਹ ਲਾਗੂ ਨਹੀਂ ਹੋ ਸਕਦੀ ਕਿਉਂਕਿ ਕੇਂਦਰ ਦੀਆਂ ਕੁਝ ਨੀਤੀਆਂ ਇਹੋ ਜਿਹੀਆਂ, ਕੇਂਦਰ ਦੀਆਂ ਕੁਝ ਅਜਿਹੀਆਂ ਸ਼ਰਤਾਂ ਹੋਣਗੀਆਂ ਜਿਹੜੀਆਂ ਇੱਕ ਉਸ ਰਾਜ ਜਿਹੜਾ ਇੱਕ ਪੂਰਨ ਰਾਜ ਨਹੀਂ ਆ ਉਹਦੇ ਉੱਤੇ ਉਹ ਲਾਗੂ ਨਹੀਂ ਹੁੰਦੀਆਂ। ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉੱਥੇ ਜਿਹੜੀ ਦਿੱਲੀ ਦੀ ਆ ਉਹ ਪਾਲਿਸੀ ਵਾਪਸ ਲੈਣੀ ਪਈ। ਪੰਜਾਬ ਦੇ ਵਿੱਚ ਕਿਉਂਕਿ ਇੱਕ ਪੂਰਨ ਰਾਜ ਹੈਗਾ, ਇੱਥੋਂ ਦੀ ਸਥਿਤੀ ਜਿਹੜੀ ਆ ਦਿੱਲੀ ਤੋਂ ਬਿਲਕੁਲ ਅਲੱਗ ਆ, ਇੱਥੇ ਉਹ ਪਾਲਿਸੀ ਅਗਲਿਆਂ ਨੇ ਲਾਗੂ ਕਰ ਦਿੱਤੀ। ਤੇ ਠੀਕ ਆ, ਜੇਕਰ ਇਹ ਜਿਸ ਤਰੀਕੇ ਦੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਦੇ ਬੰਦਿਆਂ ਨੂੰ ਫੜ ਕੇ ਅੰਦਰ ਕਰਦੀ ਪਈ ਆ, ਕਿ ਆਮ ਆਦਮੀ ਪਾਰਟੀ ਦੇ ਬੰਦੇ ਭਗਵੰਤ ਮਾਨ ਤੋਂ ਲੈ ਕੇ ਤੇ ਥੱਲੇ ਤੱਕ ਜਾਂ ਉੱਪਰ ਤੱਕ ਕੀ ਉਹ ਏਡੇ ਨਿਆਣੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਹਾਂ ਵੀ ਜੇਕਰ ਅਸੀਂ ਅਜਿਹੀ ਪਾਲਿਸੀ ਲਾਗੂ ਕੀਤੀ ਜਿਹਦੇ ਵਿੱਚ ਇਦਾਂ ਚੋਰ ਮੋਰੀਆਂ ਹੋਣਗੀਆਂ, ਕੱਲ ਨੂੰ ਫੜ ਕੇ, ਕੱਲ ਨੂੰ ਕਿਉਂ ਅੱਜ ਹੀ ਇਹ ਫੜ ਕੇ ਰੌਲਾ ਪਾ ਸਕਦੇ ਤੇ CBI ਸਾਡੇ ਦੁਆਲੇ ਹੋ ਸਕਦੀ ਜਾਂ ED ਸਾਡੇ ਦੁਆਲੇ ਹੋ ਸਕਦੀ ਆ, ਤਾਂ ਸਾਨੂੰ ਚੱਕ ਕੇ ਅੰਦਰ ਕੀਤਾ ਜਾ ਸਕਦਾ। ਰੌਲਾ ਤਾਂ ਉਹ ਪੈ ਗਿਆ, ਪਰ ਜਿਹੜੇ ਹਿਸਾਬ ਦੇ ਨਾਲ ਉਹ ਕੁੰਡੀਆਂ ਦੱਸ ਰਹੇ ਨੇ, ਦੇਖੋ ਲੰਬਾ ਸਮਾਂ ਉਹ ਸਰਕਾਰਾਂ ਦੇ ਵਿੱਚ ਰਹੇ ਨੇ, ਔਰ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਣੀ ਜਾਂ ਕਾਂਗਰਸੀ ਆ ਜਿਹੜੇ, ਉਹ ਇਸ ਤਰੀਕੇ ਨਾਲ ਇੱਕੋ ਮੁੱਦੇ ਤੇ ਇਕੱਠੇ ਨਹੀਂ ਸੀ ਹੋ ਸਕਦੇ, ਕਿਉਂਕਿ ਜਿਸ ਹਿਸਾਬ ਦੇ ਨਾਲ ਕੁੰਡੀਆਂ ਪਈਆਂ ਨੇ, ਉਹ ਜਿਹੜੀਆਂ ਖਾਮੀਆਂ ਫੜੀਆਂ ਨੇ, ਉਹ ਖਾਮੀਆਂ ਦਾ ਹਾਲੇ ਤੱਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਜਵਾਬ ਨਹੀਂ ਦੇ ਸਕੀ। ਅਰਜੀਤ ਸਾਹਿਬ, ਮੈਂ ਸੁਖਵਿੰਦਰ ਜੀ ਉਧਰ ਹੀ ਲੱਗਾ ਹੋਵਾਂ ਕਿ ਜਿਹੜੇ ਨੁਕਤੇ ਸੁਖਬੀਰ ਸਿੰਘ ਬਾਦਲ ਨੇ ਉਠਾਏ, ਉਹਨਾਂ ਮੁੱਦਿਆਂ ਦਾ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਆਇਆ। ਤੇ ਸੁਖਵਿੰਦਰ ਜੀ, ਦੂਜੇ ਪਾਸੇ ਇਹ ਵੀ ਇੱਕ ਗੱਲ ਮੈਂ ਤੁਹਾਨੂੰ ਤੁਹਾਡੇ ਧਿਆਨ 'ਚ ਲੈ ਜਾ ਕਿ ਜਿਹੜੀ ਪੰਜਾਬ ਦੀ ਐਕਸਾਈਜ਼ ਨੀਤੀ ਜਿਹੜੀ ਇਹ ਲਾਗੂ ਕਰਨ ਦੀ ਗੱਲ ਕਰ ਰਹੇ ਆ, ਜਿੱਥੋਂ ਤੱਕ ਮੈਨੂੰ ਜਾਣਕਾਰੀ ਆ, ਉਹ ਤੱਕ ਐਕਸਾਈਜ਼ ਨੀਤੀ ਦੇ ਸੰਬੰਧੀ ਅਜੇ ਮਾਨਯੋਗ ਹਾਈਕੋਰਟ 'ਚੋਂ ਫੈਸਲਾ ਜਿਹੜਾ ਉਹ ਪੈਂਡਿੰਗ ਪਿਆ ਆ। ਅਜੇ ਤਾਂ ਉਸ ਜਿਹੜੀ ਆਬਕਾਰੀ ਐਕਸਾਈਜ਼ ਜਿਹੜੀ ਨੀਤੀ ਸੀ ਜਿਹੜੀ ਇਹਨਾਂ ਨੇ ਲਾਗੂ ਕਰਨੀ ਸੀ, ਉਹ ਤਾਂ ਲਾਗੂ ਹੋਈ ਨਹੀਂ ਅਜੇ ਤੱਕ। ਉਹ ਤਾਂ ਅਜੇ ਵੀ ਮੇਰਾ ਖਿਆਲ, ਜਦੋਂ ਤੱਕ ਮੇਰੀ ਜਾਣਕਾਰੀ, ਜੇ ਮੈਂ ਗਲਤ ਨਾ ਹੋਵਾਂ, ਉਹ ਤੇ ਮਾਨਯੋਗ ਹਾਈਕੋਰਟ ਦੇ ਟੇਬਲ ਤੇ ਪਈ ਹੈ। ਜਦੋਂ ਕੁਝ ਠੇਕੇਦਾਰਾਂ ਨੇ ਜਿਹਦੇ ਸੰਬੰਧੀ ਇਤਰਾਜ਼ ਕੀਤਾ ਤੇ ਸ਼ਾਇਦ ਇਸੇ ਹੀ ਕਾਰਨ 31 ਮਾਰਚ ਤੋਂ ਲੈ ਕੇ 31 ਅਗਸਤ ਤੱਕ ਜਾਂ 31 ਜੁਲਾਈ ਤੱਕ ਦਾ ਟਾਈਮ ਜਿਹੜਾ ਉਹਨਾਂ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ, ਅਜੇ ਤੱਕ ਤਾਂ ਉਹ ਸਰਕਾਰ ਦੀ ਜਿਹੜੀ ਪਾਲਿਸੀ ਆ ਉਹਦਾ ਜਿਸ ਆਬਕਾਰੀ ਉਹ ਲਾਗੂ ਹੀ ਨਹੀਂ ਹੋਈ। ਪਤਾ ਨਹੀਂ ਹੁਣ ਜਿਹੜੀ ਜਿਸ ਤਰੀਕੇ ਨਾਲ ਇਸ ਵੇਲੇ ਠੇਕਿਆਂ ਦੀ ਅਲਾਟਮੈਂਟ ਜਿਹੜੀ ਚੱਲ ਰਹੀ ਆ ਉਹ ਕਿਸ ਤਰੀਕੇ ਨਾਲ ਹੋਈ ਆ। ਪਰ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਦਾ ਕਿ ਜਿਸ ਆਬਕਾਰੀ ਨੀਤੀ ਦੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ, ਜਿਹੜੇ ਤੱਤ ਦਿੱਲੀ ਦੇ ਆਧਾਰ ਤੇ ਕਰ ਰਹੇ ਨੇ, ਕੁੰਡੀਆਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ, ਬਿਲਕੁਲ ਦਿੱਲੀ 'ਚ ਤਾਂ ਉਹ ਹੋਈ ਆ, ਉਹਨਾਂ ਨੇ ਵਾਪਸ ਲੈ ਲਈ ਆ, ਪਰ ਪੰਜਾਬ 'ਚ ਤੇ ਅਜੇ ਤੱਕ ਮੇਰਾ ਖਿਆਲ ਉਹ ਲਾਗੂ ਹੀ ਨਹੀਂ ਕੀਤੀ। ਤੇ ਵੱਡੀ ਗੱਲ ਆ ਕਿ ਅਜੇ ਤੱਕ ਸਰਕਾਰ ਦਾ ਇਹਦੇ ਸੰਬੰਧੀ ਕੋਈ ਬਿਆਨ ਹੀ ਨਹੀਂ ਆਇਆ, ਨਾ ਮੁੱਖ ਮੰਤਰੀ ਨੇ ਦਿੱਤਾ, ਨਾ ਹਰਪਾਲ ਸਿੰਘ ਚੀਮਾ ਨੇ ਦਿੱਤਾ, ਨਾ ਹੀ ਕਿਸੇ ਹੋਰ ਬੰਦੇ ਨੇ ਦਿੱਤਾ।
ਇਹ ਵੀ ਬੜੀ ਹੈਰਾਨਗੀ ਦੀ ਗੱਲ ਆ ਕਿ ਕੁਝ ਨਾ ਕੁਝ ਸਰਕਾਰ ਵੱਲੋਂ ਇਹਦੇ ਸੰਬੰਧੀ ਪ੍ਰਤੀਕਰਮ ਜਿਹੜਾ ਆਉਣਾ ਚਾਹੀਦਾ ਸੀ। ਬਾਕੀ ਰਹੀ ਗੱਲ ਹੁਣ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਬਿਆਨਾਂ ਦੀ ਕਿ ਜਿਹੜੇ ਤੱਥ ਪੇਸ਼ ਕਰਦੇ ਨੇ। ਸੁਖਵਿੰਦਰ ਜੀ, ਸੁਖਬੀਰ ਸਿੰਘ ਬਾਦਲ ਤੁਸੀਂ ਇੰਨੀ ਗੱਲ ਕਹੀ ਕਿ ਉਹ ਸਰਕਾਰ 'ਚ ਰਹੇ ਨੇ, ਬਿਲਕੁਲ ਠੀਕ ਆ, ਸਰਕਾਰ 'ਚ ਰਹੇ ਨੇ, ਪਰ ਬੀਤੇ ਦਿਨਾਂ ਦੇ ਵਿੱਚ ਜਿਹੋ ਜਿਹੀ ਉਹ ਬਿਆਨਬਾਜ਼ੀ ਕਰਦੇ ਨੇ, ਜਿਹੋ ਜਿਹੇ ਉਹ ਤੱਥ ਪੇਸ਼ ਕਰਦੇ ਨੇ, ਤੇ ਬਾਅਦ ਦੇ ਵਿੱਚ ਉਹਨਾਂ ਤੱਥਾਂ ਦੇ ਸੰਬੰਧੀ ਉਹਨਾਂ ਦੀ ਅਣਜਾਣਤਾ ਜਿਹੜੀ ਆ ਉਹ ਕਈ ਵਾਰੀ ਇਹੋ ਜਿਹਾ ਕੁਝ ਦਰਸਾ ਦਿੰਦੀ ਆ ਕਿ ਜਿੱਥੋਂ ਉਹਨਾਂ ਦੇ ਬਿਆਨਾਂ ਤੋਂ ਇਹ ਸਾਫ਼ ਲੱਗਦਾ ਕਿ ਇਹ ਕੋਰੀ ਰਾਜਨੀਤੀ ਹੈ, ਇਹ ਕੋਰਾ ਹੀ ਇੱਕ ਸਿਆਸੀ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ। ਮੈਂ ਇੱਥੇ ਕਲੀਅਰ ਕਰਦਾ, ਮੈਂ ਇੱਥੇ ਆਮ ਆਦਮੀ ਪਾਰਟੀ ਦੇ ਸੇਮ ਮੁੱਦੇ ਤੇ ਘੇਰਿਆ, ਔਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਸਿਰਫ ਇਸੇ ਮੁੱਦੇ ਤੇ ਨਹੀਂ ਘੇਰਿਆ, ਉਹਨਾਂ ਨੇ ਜਿਹੜਾ ਆਪਾਂ ਕੁਝ ਦਿਨ ਪਹਿਲਾਂ ਅਣਖੀ ਸਾਹਿਬ ਆਪਾਂ ਦੋਵਾਂ ਨੇ ਪ੍ਰੋਗਰਾਮ ਕੀਤਾ ਸੀਗਾ ਨਜਾਇਜ਼ ਮਾਈਨਿੰਗ ਨੂੰ ਲੈ ਕੇ। ਇੱਕ ਨਜਾਇਜ਼ ਮਾਈਨਿੰਗ ਹੁੰਦੀ ਆ, ਇੱਕ ਕਾਨੂੰਨੀ ਮਾਈਨਿੰਗ ਵੀ, ਮਾਨਤਾ ਪ੍ਰਾਪਤ ਮਾਈਨਿੰਗ ਵੀ ਗਲਤ ਤਰੀਕੇ ਦੇ ਨਾਲ ਜਿਹੜੀ ਆ ਹੋ ਰਹੀ ਹੁੰਦੀ ਹੈ। ਉਹ ਜਿਹੜੀ ਸਹੀ ਤਰੀਕੇ ਦੇ ਨਾਲ ਹੋ ਰਹੀ ਮਾਈਨਿੰਗ ਨੂੰ ਵੀ ਜਿਸ ਤਰੀਕੇ ਦੇ ਨਾਲ ਖਾਮੀਆਂ ਹਾਈ ਕੋਰਟ ਦੇ ਵੱਲੋਂ ਕੱਢੀਆਂ ਗਈਆਂ ਉਹਦੇ ਤੇ ਵੀ ਘੇਰਿਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ। ਸ਼ਰਾਬ ਪਾਲਿਸੀ ਤੇ ਤਾਂ ਘੇਰਿਆ, ਮਾਈਨਿੰਗ ਦੇ ਮੁੱਦੇ ਤੇ ਜਿਹੜਾ ਪਠਾਨਕੋਟ ਦੇ ਵਿੱਚ ਬੰਦ ਕੀਤੀ ਹੈ ਸਰਕਾਰ ਦੇ ਵੱਲੋਂ ਉਹਦੇ ਤੇ ਵੀ ਘੇਰੇ। ਮੈਂ ਸੁਖਵਿੰਦਰ ਜੀ ਉਧਰ ਹੀ ਲੱਗਾ ਸਾ ਗੱਲ ਆਉਣ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬਿਆਨ ਨੇ ਉਹ ਮਹਿਜ ਇੱਕ ਸਿਆਸੀ ਬਖਲਾਹਟ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੀ ਉਹਨਾਂ ਨੇ ਬਿਆਨਬਾਜ਼ੀ ਜਾਰੀ ਕਰਤੀ। ਦੂਜਾ ਪੁਆਇੰਟ ਤੁਸੀਂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਨਾ ਜਿਹੜਾ ਮਾਈਨਿੰਗ ਦੇ ਮੁੱਦੇ ਤੇ, ਸੁਖਵਿੰਦਰ ਜੀ ਉਹ ਬਿਆਨ ਜਿਹੜਾ ਹੈਗਾ ਉਹ ਬਿਆਨ ਆ ਖਾਸ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਆ, ਔਰ ਚਾਹੇ ਉਹ ਕਾਨੂੰਨੀ ਤੌਰ ਤੇ ਹੈ ਤੇ ਚਾਹੇ ਉਹ ਗੈਰ ਕਾਨੂੰਨੀ ਤੌਰ ਤੇ, ਜਿਹਦੇ ਉੱਤੇ BSF ਨੇ ਇਤਰਾਜ਼ ਪ੍ਰਗਟ ਕੀਤਾ ਕਿ ਦਿਨ ਰਾਤ ਉੱਥੇ ਮਸ਼ੀਨਾਂ ਚੱਲਦੀਆਂ ਨੇ, ਲਾਈਟਾਂ ਰਾਤ ਨੂੰ ਚੱਲਦੀਆਂ ਨੇ, ਤੇ ਜੇ ਤਾਂ ਲਾਈਟਾਂ ਦੀ ਰੋਸ਼ਨੀ ਦੇ ਕਰਕੇ ਉੱਤੇ ਜਿਹੜੇ ਆ ਡਰੋਨ ਜਿਹੜੇ ਚੱਲਦੇ ਜਾਂ ਡਰੋਨਾਂ ਤਰ੍ਹਾਂ ਜਿਹੜੇ ਹਥਿਆਰ ਸੁੱਟੇ ਜਾਂਦੇ ਆ ਉਹ BSF ਦੀ ਪਕੜ ਤੋਂ ਬਾਹਰ ਹੋ ਜਾਂਦੇ ਆ। ਇਸ ਕਰਕੇ BSF ਨੇ ਇਤਰਾਜ਼ ਜਤਾਇਆ ਕਿ ਉਸ ਇਲਾਕੇ 'ਚ ਉਹ ਮਾਈਨਿੰਗ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਆ। ਉਹਨਾਂ ਨੇ ਹਾਈ ਕੋਰਟ 'ਚ ਨੋਟਿਸ ਦਿੱਤਾ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਸਰਹੱਦੀ ਜ਼ਿਲ੍ਹੇ, ਇਹ ਮਾਫ ਕਰਦਾ ਮੈਂ ਕਲੀਅਰ ਕਰ ਦੇਵਾਂ, ਮਾਈਨਿੰਗ ਪਠਾਨਕੋਟ ਦੀ ਗੱਲ ਨਹੀਂ ਕਰ ਰਹੇ, ਮਾਈਨਿੰਗ ਜਿਹੜੀ ਆ ਖਾਸ ਤੌਰ ਤੇ ਜਿਸ ਪ੍ਰਤਾਪ ਸਿੰਘ ਬਾਜਵਾ ਉਹਨਾਂ ਜਿਹੜਾ ਮੁੱਦਾ ਉਠਾਇਆ ਉਹ ਉਸ 50 ਕਿਲੋਮੀਟਰ ਦਾ ਏਰੀਆ ਅਸੀਂ ਉਹਨੂੰ ਵੀ ਛੱਡ ਦਈਏ, ਖਾਸ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ, ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਆ ਉਹਦੇ ਉੱਤੇ ਰੋਕ ਲਗਾਈ ਗਈ ਆ। ਤੇ ਜਦੋਂ ਸੁਖਵਿੰਦਰ ਜੀ ਹੁਣ ਉਹਦੇ ਉੱਤੇ ਰੋਕ ਲੱਗੀ ਆ, ਇਹ ਰੋਕ ਤਾਂ BSF ਨੇ ਹੁਣ ਲਾਈ ਆ, ਪਰ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਤੁਸੀਂ ਆਪਣੀ ਭੂਮਿਕਾ 'ਚ ਸਵਾਲ ਕੀਤਾ ਕਿ ਬੜੇ ਮੁੱਦੇ ਨੇ, ਇਹ ਫਿਰ ਮੁੱਦੇ ਉਸ ਵਕਤ ਕਿਉਂ ਨਾ ਉਠਾਏ ਗਏ? ਉਸ ਵਕਤ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਹ ਮਾਈਨਿੰਗ ਦੇ ਮੁੱਦੇ ਨੂੰ ਜਿਹਦੇ ਉੱਤੇ BSF ਨੇ ਇਤਰਾਜ਼ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ BSF ਦੇ ਉਸ ਫੈਸਲੇ ਦੀ ਪ੍ਰੋੜਤਾ ਕਰਦੇ ਰਹੇ ਕਿ 50 ਕਿਲੋਮੀਟਰ ਦਾ ਘੇਰਾ ਉਹਨਾਂ ਦੀ ਅਧਿਕਾਰ ਖੇਤਰ ਦੇ ਵਿੱਚ ਤਲਾਸ਼ੀ ਵਾਸਤੇ ਆਉਣਾ ਚਾਹੀਦਾ। ਉਸ ਮੁੱਦੇ ਤੇ ਵੀ ਰਾਜਨੀਤੀ ਹੁੰਦੀ ਰਹੀ ਆ। ਕਹਿਣ ਦਾ ਅਰਥ ਹੈ ਕਿ ਜਿਹੜੀ ਮਾਈਨਿੰਗ ਚਾਹੇ ਉਹ ਕਾਨੂੰਨੀ ਆ ਤੇ ਚਾਹੇ ਉਹ ਗੈਰ ਕਾਨੂੰਨੀ ਆ, ਉਹ ਉਸ ਮਾਈਨਿੰਗ ਨੂੰ ਪ੍ਰਤਾਪ ਸਿੰਘ ਬਾਜਵੇ ਨੇ ਠਾਇਆ ਆ। ਜਿਹੜੀ BSF ਦੇ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਆ, ਮਾਈਨਿੰਗ ਦੀ ਨੀਤੀ ਤਾਂ ਅਜੇ ਜਿਹੜੀ ਇਹਨਾਂ ਨੇ ਬਣਾਈ ਆ ਉਸ ਨੀਤੀ ਨੂੰ ਵੀ ਮੇਰਾ ਖਿਆਲ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਜਦੋਂ ਤੱਕ ਮੇਰੀ ਜਾਣਕਾਰੀ ਆ। ਨੀਤੀ ਇਹਨਾਂ ਨੇ ਬਣਾ ਲਈ ਐਕਸਾਈਜ਼ ਜਿਹੜੀ ਮਾਈਨਿੰਗ ਦੀ ਨੀਤੀ ਆ, ਪਰ ਮੇਰਾ ਨਹੀਂ ਖਿਆਲ ਅਜੇ ਤੱਕ ਉਹਦੇ ਉੱਤੇ ਵੀ ਇਹਨਾਂ ਨੇ ਜਿਹੜਾ ਕੋਈ ਫੈਸਲਾ ਜਿਹੜਾ ਲਿਆ ਹੋਵੇ ਉਹਦੇ ਉੱਤੇ ਵੀ ਸ਼ਰਤਾਂ ਬੜੀਆਂ ਨੇ। ਬਾਕੀ ਰਹੀ ਹੁਣ ਇਹਨਾਂ ਵਿਰੋਧੀ ਧਿਰ ਦੇ ਦੋਵਾਂ ਲੀਡਰ ਨੇ, ਕਿਉਂਕਿ LOP ਲੀਡਰ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ, ਪ੍ਰਤਾਪ ਸਿੰਘ ਬਾਜਵਾ ਦਾ ਸਿਆਸੀ ਜੀਵਨ ਇੱਕ ਲੰਮਾ ਤਜਰਬਾ ਹੈਗਾ, ਕੋਈ ਸ਼ੱਕ ਨਹੀਂ, ਪਰ ਇਸ ਵੇਲੇ ਸੁਖਵਿੰਦਰ ਜੀ ਉਹ ਵੀ ਖੁੰਝ ਗਏ ਨੇ, ਮੈਨੂੰ ਇਸ ਤਰ੍ਹਾਂ ਲੱਗਦਾ, ਕਿਉਂਕਿ ਮੌਜੂਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ, ਪੰਜਾਬ ਕਾਂਗਰਸ ਦੇ ਵਿੱਚ ਪੈਦਾ ਹੁੰਦੀ ਅੰਦਰੂਨੀ ਟੁੱਟ ਭੱਜ ਤੇ ਗੁੱਟਬਾਜ਼ੀ ਨੇ ਪ੍ਰਤਾਪ ਸਿੰਘ ਬਾਜਵੇ ਵਰਗੇ ਵਿਅਕਤੀ ਨੂੰ ਵੀ ਉਹਨਾਂ ਮੁੱਦਿਆਂ ਤੇ ਹੀ ਰਾਜਨੀਤੀ ਕਰਨ ਵਾਸਤੇ ਮਜਬੂਰ ਕਰ ਦਿੱਤਾ ਕਿ ਜਿਨ੍ਹਾਂ ਮੁੱਦਿਆਂ ਦਾ ਸਬੰਧ ਜਿਹੜਾ ਪੰਜਾਬ ਦੇ ਆਮ ਲੋਕਾਂ ਦੇ ਨਾਲ ਨਹੀਂ ਹੈਗਾ। ਇਸ ਵੇਲੇ ਸੁਖਵਿੰਦਰ ਜੀ ਸ਼ਰਾਬ ਦਾ ਮੁੱਦਾ ਇੰਨਾ ਭਾਰੂ ਨਹੀਂ ਹੈ ਪੰਜਾਬ ਦੇ ਵਿੱਚ, ਮਾਈਨਿੰਗ ਦਾ ਮੁੱਦਾ ਹੋ ਗਿਆ ਜੀ ਕਿਸੇ ਇਲਾਕੇ 'ਚ ਹੋ ਗਿਆ। ਤੁਸੀਂ ਬੜੀ ਵਧੀਆ ਸਟਾਰਟ ਤੇ ਗੱਲ ਕੀਤੀ, ਮੁੱਦੇ ਉਹ ਸੀ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਂਦੀ, ਚਾਹੇ ਬੇਰੁਜ਼ਗਾਰੀ ਦਾ ਮੁੱਦਾ ਸੀ, ਚਾਹੇ ਭ੍ਰਿਸ਼ਟਾਚਾਰ ਦਾ ਮੁੱਦਾ। ਕੱਲ ਕਾਂਗਰਸ ਦਾ ਹਰ ਮੰਤਰੀ ਦੂਜਾ ਇੱਕ ਨੂੰ ਛੱਡ ਕੇ ਇੱਕ ਸਾਰਾ ਉਹਦੇ 'ਚ ਫਸਦਾ ਨਜ਼ਰ ਆ ਰਿਹਾ। ਤੇ ਫਿਰ ਇਸ ਵੇਲੇ ਬਤੌਰ LOP ਲੀਡਰ, ਵਿਰੋਧੀ ਧਿਰ ਦੇ ਨੇਤਾ ਵਜੋਂ ਕੁਝ ਨਾ ਕੁਝ ਕਰਨਾ ਤਾਂ ਫਿਰ ਬਣਦਾ ਹੀ ਹੈ ਨਾ। ਤਾਂ ਜੇ ਤੇ ਮੈਂ ਵਿਰੋਧੀ ਧਿਰ ਦੇ ਰੂਪ 'ਚ ਉਹਨਾਂ ਦੀ ਭੂਮਿਕਾ ਦੀ ਗੱਲ ਕਰਾਂ, ਬਿਲਕੁਲ ਉਹਨਾਂ ਨੇ ਮੁੱਦੇ ਠੀਕ ਠਾਏ ਨੇ, ਚਾਹੇ ਉਹ ਆਬਕਾਰੀ ਨੀਤੀ ਦੀ ਗੱਲ ਹੋਵੇ ਤੇ ਚਾਹੇ ਉਹ ਮਾਈਨਿੰਗ ਦਾ ਮੁੱਦਾ ਹੋਵੇ। ਮੈਂ ਆਪਣੇ ਸੁਖਵਿੰਦਰ ਜੀ ਇਹ ਵੀ ਗੱਲ ਕਲੀਅਰ ਕਰ ਦਵਾਂ, ਮੈਂ ਇੱਥੇ ਜਿਹੜੀ ਆਪਣੀ ਸਟੇਟਮੈਂਟ ਦੇ ਰਿਹਾ ਜਾਂ ਜਿਹੜੀ ਤੁਹਾਡੇ ਨਾਲ ਸਿਆਸੀ ਗੱਲਬਾਤ ਕਰ ਰਿਹਾ, ਮੈਂ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਨਹੀਂ ਕਰ ਰਿਹਾ। ਮੈਂ ਉਸ ਦ੍ਰਿਸ਼ਟੀਕੋਣ ਜਾਂ ਉਸ ਐਨਕ ਜਾਂ ਉਸ ਐਂਗਲ ਤੋਂ ਇਹਨਾਂ ਦੋਵਾਂ ਪਾਰਟੀਆਂ ਦੀ ਸਥਿਤੀ ਨੂੰ ਲੈ ਕੇ ਵਿਸ਼ਲੇਸ਼ਣ ਇਸ ਤੱਕ ਦਾ ਕਰ ਰਿਹਾ ਕਿ ਇਹਨਾਂ ਪਾਰਟੀਆਂ ਕੋਲ ਜਿਹੜੇ ਇਹ ਮੁੱਦੇ ਠਾ ਰਹੇ ਨੇ,
ਇਹਨਾਂ ਮੁੱਦਿਆਂ ਨੂੰ ਉਠਾਉਣ ਦਾ ਇਹ ਟਾਈਮ ਜਿਹੜਾ ਨਹੀਂ ਹੈਗਾ। ਇਸ ਵੇਲੇ ਆਮ ਆਦਮੀ ਪਾਰਟੀ ਨੂੰ ਘੇਰਨ ਵਾਸਤੇ ਹੋਰ ਬੜੇ ਮੁੱਦੇ ਨੇ, ਪਰ ਜਦੋਂ ਹੁਣ ਇਹਨਾਂ ਕੋਲ ਹੈ ਨਹੀਂ ਤਾਂ ਅੱਛਾ ਦੂਸਰੇ ਪਾਸੇ ਆਪਾਂ ਇਹ ਵੀ ਗੱਲ ਕਰ ਲਈਏ ਕਿ ਜੇਕਰ ਇਸ ਤਰ੍ਹਾਂ ਹੋਇਆ ਤਾਂ ਬਿਲਕੁਲ ਸੀਬੀਆਈ ਦੀ ਰੇਡ ਹੋਣੀ ਚਾਹੀਦੀ ਹੈ। ਸੀਬੀਆਈ ਹੋਵੇ ਚਾਹੇ ਈਡੀ ਹੋਵੇ। ਸੁਖਵਿੰਦਰ ਜੀ ਦੇਖੋ, ਜਿਸ ਤਰੀਕੇ ਨਾਲ ਇਸ ਵੇਲੇ ਦਿੱਲੀ ਦੇ ਵਿੱਚ ਸੀਬੀਆਈ ਨੇ ਪੂਰਾ ਸਕੰਜਾ ਕੱਸਿਆ ਭਾਜਪਾ ਦੇ ਉੱਤੇ, ਜਿਹੜੀ ਸਰਕਾਰ ਹੈਗੀ ਆ ਭਾਜਪਾ ਦੀ ਅੰਦਰਾਜਾ ਵਿੱਚ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਆ ਉਹ ਵੀ ਉਹਨਾਂ ਦੇ ਰਡਾਰ ਤੇ ਹੋ ਸਕਦੀ ਆ, ਤੇ ਜੇਕਰ ਉਹਨਾਂ ਵੱਲੋਂ ਕੁਝ ਗੰਭੀਰਤਾ ਨਾਲ ਲਿਆ ਗਿਆ ਹੁਣ ਤਾਂ ਇਹ ਵੇਖਣਾ ਹੋਵੇਗਾ, ਕਿਉਂਕਿ ਜਿਸ ਤਰੀਕੇ ਨਾਲ ਬਨਵਾਰੀ ਲਾਲ ਪੁਰੋਹਿਤ ਨੇ ਇਹ ਗੱਲ ਕਹੀ ਆ ਕਿ ਹਾਂਜੀ ਇਹਦੇ ਉੱਤੇ ਅਸੀਂ ਜਾਂਚ ਕਰੀ, ਉਹਨਾਂ ਨੇ ਇੰਟਰਸਟ ਵਿਖਾਇਆ, ਤੇ ਜੇਕਰ ਉਹ ਰਿਪੋਰਟ ਭੇਜਦੇ ਨੇ ਆਪਣੇ ਕੇਂਦਰ ਨੂੰ ਕਿ ਹਾਂ ਵੀ ਇਸ ਪਾਲਿਸੀ ਦੀ ਜਿਹੜੀ ਸਮੀਖਿਆ ਹੋਣੀ ਚਾਹੀਦੀ ਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਗੇਂਦ ਆ ਉਹ ਫਿਰ ਭਾਰਤੀ ਜਨਤਾ ਪਾਰਟੀ ਦੇ ਪਾਲੇ 'ਚ, ਕੇਂਦਰ ਸਰਕਾਰ ਦੇ ਪਾਲੇ 'ਚ। ਇਹਦੇ ਸੰਬੰਧੀ ਫਿਰ ਇਹ ਵੇਖਣਾ ਹੋਵੇਗਾ ਕਿ ਵਾਕਿਆ ਹੀ ਘਪਲਾ ਹੋਇਆ, ਤੇ ਜੇ ਘਪਲਾ ਹੋਇਆ ਤੇ ਫਿਰ ਸੁਖਵਿੰਦਰ ਜੀ ਕਿਸੇ ਵੀ ਇਸ ਤਰੀਕੇ ਦੀ ਸਥਿਤੀ ਜਿਹੜੀ ਉਹ ਬਣ ਸਕਦੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣੀ ਪਹਿਲਾਂ ਇਹ ਗੱਲ ਕਹਿ ਚੁੱਕਿਆ ਕਿ ਭਗਵੰਤ ਮਾਨ ਵੀ ਆਪਣੇ ਅਫਸਰਾਂ ਦੇ ਨਾਲ ਫਿਰ ਜੇਲ੍ਹ ਜਾਣ ਦੇ ਲਈ ਕਹਿੰਦੇ ਤਿਆਰ ਰਹੇ। ਸੁਖਵਿੰਦਰ ਜੀ, ਸੁਖਬੀਰ ਸਿੰਘ ਬਾਦਲ ਦੀ ਤੇ ਸਥਿਤੀ ਨਾ ਕੁਝ ਹੋਰ ਤਰ੍ਹਾਂ ਦੀ ਹੈ। ਵੇਖੋ, ਜਿਸ ਬੰਦੇ ਨੇ 10 ਸਾਲ ਰਾਜ ਭਾਗ ਭੋਗਿਆ ਹੋਵੇ ਤੇ ਇਸ ਵੇਲੇ ਜਦੋਂ ਤੁਹਾਨੂੰ 10 ਸਾਲੀ ਕੁਰਸੀ ਤੋਂ ਪਰਾਂ ਕਰ ਦਿੱਤਾ ਜਾਵੇ, ਬੰਦਾ ਤੇ ਰਾਤ ਨੂੰ ਦੰਦੀਆਂ ਵੱਢ ਕੇ ਬੰਦਾ ਉੱਠਦਾ। ਸੁਖਬੀਰ ਸਿੰਘ ਬਾਦਲ ਦੀ ਸਥਿਤੀ ਇਹ ਆ, ਕਾਂਗਰਸ ਦੁਬਾਰਾ ਸੱਤਾ 'ਚ ਆ ਸਕਦੀ ਆ, ਅਕਾਲੀ ਦਲ ਦੁਬਾਰਾ ਸੱਤਾ 'ਚ ਆ ਸਕਦਾ, ਪਰ ਜੇ ਤੁਸੀਂ ਇਹ ਕਹੋ ਕਿ ਸੁਖਬੀਰ ਸਿੰਘ ਬਾਦਲ ਅਗਲੇ 5 ਸਾਲਾਂ ਨੂੰ ਫਿਰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸਾਹਮਣੇ ਆ ਜਾਣ, ਮੇਰਾ ਨਹੀਂ ਖਿਆਲ ਤੇ ਸਭ ਤੋਂ ਵੱਡਾ ਉਹਨਾਂ ਦੇ ਰਸਤੇ 'ਚ ਜਿਹੜੀ ਰੁਕਾਵਟ ਆ ਕਿ ਜੇ ਅਕਾਲੀ ਦਲ ਦੀ ਸਰਕਾਰ ਵੀ ਬਣਦੀ ਹੈ ਤਾਂ ਸੁਖਬੀਰ ਮੁੱਖ ਮੰਤਰੀ ਨਹੀਂ ਬਣਦੇ। ਤੁਹਾਡੇ ਕਹਿਣ ਦਾ ਭਾਵ ਇਹ ਬਿਲਕੁਲ ਮੈਂ ਕਲੀਅਰ ਕੱਟ ਇਹ ਗੱਲ ਕਹਿ ਰਿਹਾ ਕਿ ਜਿਸ ਤਰੀਕੇ ਦੇ ਨਾਲ ਹੁਣ 10 ਸਾਲਾਂ ਦਾ ਵਕਫਾ ਪੈ ਗਿਆ, ਤੇ ਇਹਨਾਂ 10 ਸਾਲਾਂ ਆ ਮੌਜੂਦਾ 5 ਸਾਲਾਂ ਦੇ ਵਿੱਚ ਜਿਸ ਤਰੀਕੇ ਦੀ ਅਕਾਲੀ ਦਲ ਔਰ ਖਾਸ ਤੌਰ ਤੇ ਸੁਖਬੀਰ ਬਾਦਲ ਦੀ ਸਥਿਤੀ ਬਣ ਰਹੀ ਹੈ, ਉਹਨੂੰ ਤਾਂ ਭਗਵੰਤ ਮਾਨ ਰਾਤ ਨੂੰ ਸੁੱਤਿਆ ਪਿਆ ਵੀ ਸੁਪਨੇ ਚ ਆ ਕੇ ਡਰਾਉਂਦਾ ਹੋਊਗਾ, ਕਿਉਂਕਿ ਸਭ ਤੋਂ ਵੱਡਾ ਨੁਕਸਾਨ ਜੇਕਰ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਦਾ ਹੋਇਆ ਸਿਆਸੀ ਪੱਧਰ ਤੋਂ, ਕਿਉਂਕਿ ਹੁਣ ਦਾ ਹੋਰ 5 ਸਾਲ ਪਹਿਲੇ 5 ਸਾਲਾਂ ਤਾਂ ਅਗਲੇ 5 ਸਾਲਾਂ ਬਾਅਦ ਪਤਾ ਨਹੀਂ ਕੀ ਸਥਿਤੀ ਬਣਦੀ ਜਾਂ ਕੀ ਨਹੀਂ ਬਣਦੀ। ਤਾਂ ਉਹਦੀ ਅਗਰ ਉਹ ਚਾਹਵੇ ਨਾ ਤਾਂ ਉਹ ਭਾਵੇਂ ਹੁਣੇ ਹੀ ਉਹਨੂੰ ਕਹਿ ਦੇ ਕਿ ਹਾਂ ਵੀ ਇਹਨੂੰ ਲੈ ਜਾਓ ਚੁੱਕ ਕੇ, ਕਿਉਂਕਿ ਅਜੇ ਤੱਕ ਉਹਨਾਂ ਦਾ ਜਿਹੜਾ ਡਿਪਟੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਰਹੇ ਨੇ, ਉਹਦਾ ਨਸ਼ਾ ਅਜੇ ਤੱਕ ਸੁਖਬੀਰ ਸਿੰਘ ਬਾਦਲ ਦੇ ਸਿਰੋਂ ਨਹੀਂ ਲੱਥਿਆ। ਉਹ ਅਜੇ ਵੀ ਆਪਣੇ ਆਪ ਨੂੰ ਕਈ ਵਾਰੀ ਗਾਇਬ ਇਹੋ ਜਿਹਾ ਮਹਿਸੂਸ ਕਰ ਲੈਂਦੇ ਜਦੋਂ ਕਹਿੰਦੇ ਆ, ਪਿੱਛੇ ਜੇ ਕੋਈ ਬੜੀ ਮਸ਼ਹੂਰ ਸਟੇਟਮੈਂਟ ਹੋਈ ਕਿ ਹਾਂ ਮੈਨੂੰ ਕੋਈ ਇਤਰਾਜ਼ ਨਹੀਂ, ਜੋ ਮਰਜ਼ੀ ਕਰ ਲੈਣ। ਪੰਜਾਬ ਦੇ ਲੋਕ ਕਹਿੰਦੇ ਭਾਈ ਤੂੰ ਕਰ ਹੀ ਲੈ ਇਤਰਾਜ਼, ਕਿਹੜੇ ਪੱਧਰ ਤੇ ਤੁਸੀਂ ਇਤਰਾਜ਼ ਕਰੋਗੇ? ਸੋ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਬਿਆਨਾਂ ਦੀ ਗੱਲ ਕਿ ਭਗਵੰਤ ਮਾਨ ਆਪਣੇ ਅਫਸਰਾਂ ਨਾਲ ਅੰਦਰ ਜਾਣ ਨੂੰ ਤਿਆਰ ਹੈ, ਬਿਲਕੁਲ ਤਿਆਰ ਰਹਿਣਾ ਚਾਹੀਦਾ। ਜੇਕਰ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਕਹਿੰਦਾ ਮੈਂ ਇੱਕ ਇੱਕ ਪੈਸਾ ਜਿਹੜਾ ਇਹਨਾਂ ਲੋਕਾਂ ਨੇ ਲੁੱਟਿਆ ਮੈਂ ਵਾਪਸ ਕਰਾਉਣਾ, ਤੇ ਜੇ ਇਹਨਾਂ ਨੇ ਲੁੱਟਿਆ ਤੇ ਫਿਰ ਠੀਕ ਆ, ਉਹ ਵੀ ਬੰਦੇ ਅੰਦਰ ਜਾਣੇ ਚਾਹੀਦੇ ਨੇ, ਉਹ ਕਿਉਂ ਬਾਹਰ ਰਹਿਣ? ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੁਸ਼ਕਲਾਤਾਂ ਵੱਧ ਸਕਦੀਆਂ ਨੇ? ਆਖਰ ਦੇ ਵਿੱਚ ਤੁਹਾਨੂੰ ਪੁੱਛਣਾ ਚਾਹੂੰਗਾ। ਨਹੀਂ ਸੁਖਵਿੰਦਰ ਜੀ, ਮੈਨੂੰ ਨਹੀਂ ਇਹ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਹੈ ਇਹੋ ਜਿਹੇ ਮੁੱਦੇ ਦੇ ਉੱਤੇ ਬਿਨਾਂ ਗੱਲ ਤੋਂ ਪੰਜਾਬ ਦੇ ਵਿੱਚ ਇੱਕ ਵਾਦ ਵਿਵਾਦ ਛੇੜਦੇ ਕਿ ਜਦੋਂ ਦੂਜੇ ਪਾਸੇ ਹਿਮਾਚਲ ਦੀਆਂ ਚੋਣਾਂ ਹੋਈਆਂ, ਗੁਜਰਾਤ ਉਹਨਾਂ ਨੇ ਕੰਮ ਖਿੱਚਿਆ ਹੀ ਹੋਇਆ। ਸੁਖਵਿੰਦਰ ਜੀ, ਦਿੱਲੀ ਤੇ ਪੰਜਾਬ ਮੈਂ ਤੁਹਾਨੂੰ ਦੱਸ ਰਿਹਾ ਜੀ ਬਿਲਕੁਲ, ਦਿੱਲੀ ਤੇ ਪੰਜਾਬ ਦੀ ਸਥਿਤੀ ਸੁਖਵਿੰਦਰ ਜੀ ਅਲੱਗ-ਅਲੱਗ ਆ। ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦਾ ਇੱਕ ਪੂਰਨ ਤੌਰ ਤੇ ਉੱਥੇ ਕਬਜ਼ਾ ਹੈਗਾ, ਪੂਰਨ ਤੌਰ ਤੇ ਉਹਦੀ ਜ਼ਿਆਦਾ ਸ਼ਕਤੀਆਂ ਨੇ, ਉਹ ਜਿਹੀਆਂ ਸ਼ਕਤੀਆਂ ਕੇਂਦਰ ਦੀਆਂ ਪੰਜਾਬ ਦੇ ਵਿੱਚ ਨਹੀਂ ਹਨ। ਅਜੇ ਤੱਕ ਇਹ ਮੁੱਦਾ ਜਿਹੜਾ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਉਠਾਇਆ ਗਿਆ, ਠੀਕ ਹੈ, ਹੁਣ ਕੇਂਦਰ ਦੀ ਜਿਹੜੀ ਸਰਕਾਰ ਆ, ਜੇਕਰ ਅਜੇ ਤੱਕ ਭਾਜਪਾ ਲੀਡਰ ਦੇ ਤਾਂ ਕਿਸੇ ਮੁੱਦਾ ਨਹੀਂ, ਹਾਂ ਇਹ ਹੋ ਸਕਦਾ ਕਿ ਸਵੇਰੇ ਅਸ਼ਵਨੀ ਸ਼ਰਮਾ ਵੀ ਜਾ ਕੇ ਮੈਮੋਰੰਡਮ ਦੇ ਆਉਣ ਕਿ ਤਾਏ ਦੀ ਧੀ ਚੱਲੀ ਤੇ ਮੈਂ ਕੋ ਰਹੀ ਕੱਲੀ, ਦੋ ਜਣੇ ਚਲੇ ਗਏ ਨੇ ਤੇ ਆਪਾਂ ਵੀ ਜਾ ਕੇ ਦੇਖਦੇ ਹਾਂ। ਹਾਂ, ਅਸ਼ਵਨੀ ਸ਼ਰਮਾ ਜਾ ਕੇ ਗੱਲ ਕਰੇ ਜਾਂ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਹੁਣੀ ਭਾਜਪਾ ਚ ਰਲ ਜਾਣ, ਫਿਰ ਸੁਖਵਿੰਦਰ ਜੀ ਮੈਨੂੰ ਲੱਗਦਾ ਆ ਕਿ ਭਗਵੰਤ ਮਾਨ ਵਾਕਿਆ ਫਿਰ ਅੰਦਰ ਅਗਲਾ ਕਰ ਦੇਣਗੇ। ਜੇ ਕੈਪਟਨ ਅਮਰਿੰਦਰ ਸਿੰਘ ਜਾ ਕੇ ਸ਼ਿਕਾਇਤ ਭਾਰਤੀ ਜਨਤਾ ਪਾਰਟੀ ਚ ਮਿਲ ਜਾਂਦੇ ਆ, ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ ਆ, ਫਿਰ ਕੁਝ ਹੋ ਸਕਦਾ। ਬਾਕੀ ਜੇ ਤੁਸੀਂ ਕਹੋ ਕਿ ਸੁਖਬੀਰ ਬਾਦਲ ਜਾਂ ਪ੍ਰਤਾਪ ਸਿੰਘ ਬਾਜਵੇ ਦੇ ਕਹਿਣ ਦੇ ਉੱਤੇ CBI ਝਟ ਰੇਡ ਕਰਦੇ, ਉਹ ਮਤਲਬ ਜਿਹੜੀ ਕੇਂਦਰ ਦੀ ਸਰਕਾਰ ਜਿਹੜੀ ਏਡੀ ਬੇਵਕੂਫ ਹੈ ਕਿ ਇਹਨਾਂ ਨੂੰ ਬਿਨਾਂ ਗੱਲ ਤੋਂ ਵੇਟਸ ਦੇ ਦੇਗੀ। ਹਾਂ ਵੀ ਸੁਖਬੀਰ ਬਾਦਲ ਦੇ ਕਹਿਣ ਤੇ ਜਾ ਕੇ ਸੁਖਬੀਰ ਸਿੰਘ ਬਾਦਲ ਤੇ ਇੱਕ ਫੋਨ ਆਇਆ ਸੀ ਕਿ ਦ੍ਰੋਪਦੀ ਮੁਰਮੂ ਨੂੰ ਵੋਟ ਪਾਣੀ, ਤੇ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਜਾ ਕੇ ਇਹਨਾਂ ਨੇ ਵੋਟ ਪਾਤੀ। ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਦੀ ਸਰਕਾਰ ਕਦੇ ਵੀ ਇਹੋ ਜਿਹੀ ਸਥਿਤੀ ਪੈਦਾ ਨਹੀਂ ਹੋਣ ਦੇਗੀ ਜਿਹਦਾ ਵੇਟ ਜਿਹੜਾ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਲਵੇ ਜਾਂ ਦੂਜੇ ਪਾਸੇ ਕਾਂਗਰਸ ਲਵੇ। ਜੇਕਰ ਉਹਨਾਂ ਨੇ ਜਾਂਚ ਕਰਾਉਣੀ ਆ ਤਾਂ ਸੁਖਵਿੰਦਰ ਜੀ ਉਹਨਾਂ ਨੇ ਆਪਣੇ ਪੱਧਰ ਤੇ ਵੀ ਕਰਵਾ ਸਕਦੇ ਆ, ਅੱਗੇ ਹੋ ਸਕਦਾ ਕਿ ਉਹ ਕਰਵਾ ਲੈਣਾ ਜਿਸ ਤਰੀਕੇ ਦੀ ਤੁਸੀਂ ਸਥਿਤੀ ਕੀਤੀ। ਜੇ ਇਹ ਬਿਆਨਬਾਜ਼ੀ ਨਾ ਕਰਦੇ, ਜੇ ਰਾਜਪਾਲ ਨੂੰ ਨਾ ਮਿਲਦੇ, ਫਿਰ ਹੋ ਸਕਦਾ ਹੈ ਕੇਂਦਰ ਸਰਕਾਰ ਇਸ ਮੁੱਦੇ ਤੇ ਐਕਸ਼ਨ ਲੈ ਕੇ ਕੁਝ ਗੰਭੀਰਤਾ ਨਾਲ ਇਹਦੇ ਪ੍ਰਤੀ ਸੋਚਦੀ। ਪਰ ਜਦੋਂ ਹੁਣ ਇਹ ਸਕਰੀਨ ਤੇ ਆ ਗਏ ਨੇ, ਉਹ ਕਿਉਂ ਇਹਨਾਂ ਨੂੰ ਹੀਰੋ ਬਣਨ ਦੇਣਗੇ?
ਕਦੇ ਵੀ ਨਹੀਂ ਹੋਏਗਾ। ਇਹ ਸਿਰਫ ਇੱਕ ਦੋ ਦਿਨਾਂ ਦਾ ਬਾਬੋਲਾ, ਖਾਸ ਤੌਰ ਤੇ 4 ਸਤੰਬਰ ਤੱਕ, ਮਾਫ ਕਰਨਾ 6 ਸਤੰਬਰ ਤੱਕ ਤੁਸੀਂ ਵੇਖੋ, 6 ਸਤੰਬਰ ਤੱਕ ਅਜੇ ਸੁਖਬੀਰ ਸਿੰਘ ਬਾਦਲ ਹੋਰ ਵੀ ਇਹਦੇ ਪੱਖੀ ਵਿਚਾਰ ਕਰਨਗੇ। ਪ੍ਰਤਾਪ ਸਿੰਘ ਬਾਜਵਾ ਵੀ ਬਤੌਰ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਨੇ ਵੀ ਆਪਣੀ ਹਾਜ਼ਰੀ ਜਿਹੜੀ ਪੰਜਾਬ ਦੀ ਜਨਤਾ ਚ ਲਾਉਣੀ ਆ। ਪਰ ਸੁਖਵਿੰਦਰ ਜੀ ਬਾ ਕਮਾਲ ਤੁਸੀਂ ਜਿਹੜੀ ਭੂਮਿਕਾ ਜਿਹੜੀ ਸਟਾਰਟ ਤੇ ਬੰਨੀ ਕਿ ਹਾਂ ਵੀ ਮੁੱਦੇ ਹੋਰ ਵੀ ਆ, ਪਰ ਜਾਣਗੇ ਕਿਉਂ, ਉਹ ਮੁੱਦੇ ਕਿਉਂ ਸ਼ੁਰੂ ਕਰਨਗੇ, ਕਿਉਂਕਿ ਉੱਥੇ ਤਾਂ ਲੋਕਾਂ ਨੇ ਇਹਨਾਂ ਨੂੰ ਕਹਿਣਾ ਕਿ ਭਾਈ ਸਾਹਿਬ ਪਹਿਲਾਂ ਤੁਸੀਂ ਜ਼ਿੰਮੇਵਾਰ ਜੀ। ਇਹ ਗੱਲ ਆ, ਬੜੀ ਵਧੀਆ ਤੁਸੀਂ ਭੂਮਿਕਾ ਬਿਆਨ ਕੀਤੀ। ਇਹ ਬਿਆਨ ਜਿਹੜੇ ਨੇ ਕੇਵਲ ਸਿਆਸੀ ਬਿਆਨਬਾਜ਼ੀ ਆ। ਬਾਕੀ ਹਾਂ, ਜੇ ਭਗਵੰਤ ਮਾਨ ਨੇ ਕੀਤਾ ਤਾਂ ਠੋਕਿਆ, ਉਹ ਵੀ ਅੰਦਰ ਜਾਣਾ ਚਾਹੀਦਾ ਲੋਕਾਂ ਨੂੰ। ਤੇ ਮੈਂ ਕੱਲ ਵੀ ਗੱਲ ਕੀਤੀ ਕਿ ਉਹਦਾ ਇਤਰਾਜ਼, ਤੇ ਉਹਦੇ ਵਿਆਹ ਤੇ ਵੀ ਇਤਰਾਜ਼ ਕਰ ਰਹੀ ਸੀ ਬੀਬੀ ਹਰਸਿਮਰਤ ਕੌਰ ਬਾਦਲ। ਉਹ ਕਹਿੰਦੀ ਸੀ ਕਿ ਹਾਂ ਵੀ ਭਗਵੰਤ ਮਾਨ ਨੂੰ ਤਾਂ ਆਪਣੀ ਕੁੜੀ ਦਾ ਵਿਆਹ ਕਰਨਾ ਚਾਹੀਦਾ ਸੀ, ਇਹ ਆਪਣਾ ਵਿਆਹ ਕਰਾ ਕੇ ਬਹਿ ਗਿਆ। ਹੁਣ ਜਦੋਂ ਇਹੋ ਜਿਹੀਆਂ ਸਿਆਸੀ ਬਿਆਨਬਾਜ਼ੀਆਂ ਹੋਣਗੀਆਂ ਤਾਂ ਉਹ ਬਿਆਨਬਾਜ਼ੀਆਂ ਤੁਹਾਡੀ ਸ਼ਖਸੀਅਤ ਨੂੰ ਫੋਰਾ ਲਾਉਂਦੀਆਂ ਨੇ, ਅਗਲੇ ਨੂੰ ਨਹੀਂ ਜੀ। ਖੜਕ ਸਾਹਿਬ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਤੁਹਾਨੂੰ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ, ਜਿਨ੍ਹਾਂ ਦੇ ਵੱਲੋਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।